ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹੋਏ ਹਾਂ ਕੁੰਡਲੀ ਬਾਰਡਰ ਤੇ। ਮੇਰੇ ਨਾਲ ਖੜੇ ਨੇ ਜੀ ਬੰਬੇ ਤੋਂ ਆਈ ਹੋਈ ਸਿੱਖ ਸੰਗਤ, ਜਥੇਦਾਰ ਸਾਹਿਬ ਗੁਰਦੁਆਰਾ ਸਾਹਿਬ ਦੇ। ਆਪਾਂ ਉਹਨਾਂ ਤੋਂ ਵਿਚਾਰ ਲਵਾਂਗੇ ਜੀ ਤੇ ਉਹ ਇੱਥੇ ਯੋਗਦਾਨ ਪਾਉਣ ਆਏ ਨੇ, ਕੀ ਲੈ ਕੇ ਆਏ ਨੇ, ਉਹ ਵੀ ਵਿਸਤਾਰਪੂਰਵਕ ਪੁੱਛਾਂਗੇ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗ੍ਰੰਥੀ ਗੁਰਦੁਆਰਾ ਨਾਨਕ ਪਿਓ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਾਰੀਆਂ ਜਥੇਬੰਦੀਆਂ ਨਿਊ ਮੁੰਬਈ ਦੇ ਵਿੱਚੋਂ ਗੁਰਦੁਆਰਾ ਨਹਿਰੁਲ, ਗੁਰਦੁਆਰਾ ਪਨਵੇਲ, ਗੁਰਦੁਆਰਾ ਕਲਮਬੋਲੀ ਸਿੰਘ ਸਭਾ, ਇਸੇ ਤਰ੍ਹਾਂ ਗੁਰਦੁਆਰਾ ਬੇਲਾਪੁਰ, ਸਾਰੀਆਂ ਸਿੰਘ ਸਭਾਵਾਂ ਨਿਊ ਬੰਬੇ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ ਇੱਥੇ 22 ਰੋਡ ਚੱਲ ਕੇ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਨੇ। ਗੱਡੀਆਂ ਦੇ ਵਿੱਚ 1.5 ਟਨ 15 ਕੁਇੰਟਲ ਖਜੂਰਾਂ ਦਾ ਲੰਗਰ ਲੈ ਕੇ ਪਹੁੰਚੇ ਨੇ, ਤਾਂ ਕਿ ਇੱਥੇ ਜੋ ਠੰਡ ਹੈ, ਸਾਡੇ ਬਜ਼ੁਰਗ ਬੱਚੇ ਬੈਠੇ, ਉਹਨਾਂ ਨੂੰ ਖਜੂਰਾਂ ਵਰਤਾਈਆਂ ਜਾ ਸਕਣ। ਉਹਦੇ ਨਾਲ ਬੇਅੰਤ ਮਾਈਕ ਸਹਾਇਤਾ ਲੈ ਕੇ ਵੀ ਪਹੁੰਚੇ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਵੱਧ ਚੜ੍ਹਦੀ ਕਲਾ ਵਿੱਚ, ਸੇਵਾ ਵਿੱਚ ਹੌਸਲਾ ਦਾਨ ਪਾਉਣ ਦੇ ਲਈ। ਨਾਲ ਦੇ ਨਾਲ ਜੋ ਕੱਲ ਸੁਪਰੀਮ ਕੋਰਟ ਨੇ ਇੱਕ ਸ਼ੰਕਾ ਜ਼ਾਹਰ ਕੀਤਾ ਸੀ, ਜੋ ਚਾਲ ਖੇਡੀ ਜਾ ਰਹੀ ਹੈ ਸਾਨੂੰ ਤਾਰੋ ਪੀੜੋ ਕਰਨ ਦੇ ਲਈ ਕਿ ਇੱਥੇ ਕੋਵਿਡ ਦਾ ਕੀ ਪ੍ਰਬੰਧ ਹੈ। ਹਾਲਾਂਕਿ ਇੱਥੇ ਕੋਵਿਡ ਕੋਈ ਨਹੀਂ ਆ। ਕੋਵਿਡ ਇੱਕ ਸਰਕਾਰ ਨੇ ਚਾਲ ਖੇਡ ਕੇ ਸਾਨੂੰ ਗੁੰਮਰਾਹ ਕੀਤਾ। ਐਡਾ ਕੋਈ ਕੋਵਿਡ ਨਹੀਂ ਹੈ ਇੱਥੇ। ਅਸੀਂ 40 ਦਿਨ ਤੋਂ ਬੈਠੇ ਹਾਂ, ਕੋਈ ਮਾਸਕ ਨਹੀਂ ਲਾ ਰਿਹਾ, ਕੋਈ ਕੋਵਿਡ ਨਹੀਂ। ਪਰ ਫਿਰ ਵੀ ਅਸੀਂ ਇੱਕ ਡੈਮੋਕ੍ਰੇਸੀ ਵਿੱਚ ਰਹਿੰਦੇ ਹੋਏ, ਕਾਨੂੰਨ ਨੂੰ ਹੱਥ 'ਚ ਨਾ ਲੈਂਦੇ ਹੋਏ, ਉਹਦੀ ਪਾਲਣਾ ਕਰਦੇ ਹੋਏ ਇਹ ਬੰਬੇ ਤੋਂ ਸਪੈਸ਼ਲੀ ਸੈਨੀਟਾਈਜ਼ਰ ਦੀਆਂ ਗੱਡੀਆਂ ਲੈ ਕੇ ਆਏ ਨੇ। ਇਹ ਗਾਜ਼ੀਪੁਰ ਬਾਰਡਰ, ਇਹ ਸਿੰਘੂਪੁਰ ਬਾਰਡਰ, ਇਹ ਟਿਕਰੀ ਬਾਰਡਰ ਤੇ ਜਾ ਕੇ ਸਾਰੇ ਸੰਘਰਸ਼ ਦੇ ਵਿੱਚ ਜਿੱਥੋਂ ਤੱਕ ਪੰਡਾਲ ਲੱਗੇ ਨੇ ਉੱਥੇ ਸੈਨੀਟਾਈਜ਼ਰ ਦੀ ਸੇਵਾ ਕਰਨਗੇ। ਔਰ ਤਾਂ ਕਿ ਅਸੀਂ ਜੋ ਹੈ ਇਹ ਖੇਤੀ ਦੇ ਵਿਰੁੱਧ ਕਾਲੇ ਕਾਨੂੰਨ ਜੋ ਪਾਸ ਹੋਏ ਹਨ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਸਾਰੀਆਂ ਜਥੇਬੰਦੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਵਿੱਚ ਹੁਣੇ ਖਾਸ ਤੌਰ ਤੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜਨਰਲ ਸਕੱਤਰ ਪਹੁੰਚੇ ਸਨ, ਜੋ ਆਪਣੀ ਸੇਵਾ ਲਵਾ ਕੇ ਗਏ ਹਨ ਹਾਜ਼ਰੀ। ਇਸੇ ਤਰ੍ਹਾਂ ਹੀ ਦਿਨ ਰਾਤ ਸੰਯੁਕਤ ਕਿਸਾਨ ਮੋਰਚੇ ਨੂੰ ਕਾਮਯਾਬ ਬਣਾਉਣ ਵਾਸਤੇ ਹਰ ਸਿੱਖ, ਕੀ ਬਜ਼ੁਰਗ, ਕੀ ਬੱਚਾ ਆਪਣੇ ਵੱਡਿਆਂ ਦੇ ਇਤਿਹਾਸ ਨੂੰ ਯਾਦ ਕਰਦਾ ਹੋਇਆ ਦਿਨ ਰਾਤ ਤਨੋ ਮਨੋ ਧਨੋ ਕਰਕੇ ਲੱਗੇ ਹੋਇਆ ਜੀ। ਇਹਦੇ ਤੇ ਲਿਖਿਆ ਡੀਅਰ ਗਵਰਨਮੈਂਟ ਡੋਂਟ ਟੈਸਟ ਮਾਈ ਪੇਸ਼ੈਂਸ। तो ਇਹ ਜਿਹੜੀਆਂ ਪੋਸਟਰਸ ਨੇ ਇਹ ਬੰਬੇ ਤੋਂ ਹੀ ਬਣਵਾ ਕੇ ਲਿਆਏ ਹੋ? ਇਹ ਬੰਬੇ ਤੋਂ ਬਣਵਾ ਕੇ ਲੈ ਕੇ ਆਏ ਨੇ ਜੀ। ਭਾਵੇਂ ਬੰਬੇ ਰਹੀਏ, ਭਾਵੇਂ ਬੰਗਾਲ ਰਹੀਏ, ਤਾਮਿਲਨਾਡੂ ਰਹੀਏ, ਸਾਡਾ ਮੁੱਢ ਦੇ ਪੰਜਾਬ ਹੈ ਨਾ। ਸਾਡੀ ਜਿਹੜੀ ਕਿਰਦਾਰ ਹੈ, ਸਾਡੀ ਦਸਤਾਰ ਹੈ, ਸਾਡਾ ਜੋ ਅੰਦਰ ਦਾ ਸੁਭਾਅ ਹੈ, ਸਾਡੀ ਜੜ ਜਿਹੜੀ ਉਹ ਪੰਜਾਬ ਦੇ ਨਾਲ ਆ। ਔਰ ਮੈਂ ਬੇਨਤੀ ਕਰਾਂ, ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਬਣਿਆ। ਜਦੋਂ ਕਿਤੇ ਵੀ ਲੜਾਈ ਹੋਈ ਹਿੰਦ ਪੰਜਾਬ ਦੀ ਤੇ ਉਦੋਂ ਪੰਜਾਬ ਅੱਗੇ ਆਇਆ। ਅੱਜ ਵੀ ਪੰਜਾਬ ਤੁਰਿਆ ਤੇ ਉਹ ਪੰਜਾਬ ਭਾਵੇਂ ਮੁੰਬਈ 'ਚ ਬੈਠਾ, ਬਿਹਾਰ 'ਚ ਬੈਠਾ, ਯੂਪੀ 'ਚ ਬੈਠਾ, ਉਹਨੇ ਸਾਰਿਆਂ ਤੋਂ ਪੰਜਾਬ ਜਗਾਇਆ। ਇਸ ਵੇਲੇ ਸਾਰਾ ਵਰਲਡ ਦੇ ਵਿੱਚ ਪੰਜਾਬ ਜਾਗ ਰਿਹਾ, ਭਾਵੇਂ ਹਿੰਦੂ, ਭਾਵੇਂ ਮੁਸਲਮਾਨ, ਸਾਰੇ ਇੱਥੇ ਮੋਢੇ ਨਾਲ ਮੋਢਾ ਜਾੜ ਕੇ ਬੈਠੇ। ਤੁਸੀਂ ਦੇਖੋ ਸਾਰੇ ਚਾਰ ਸਵੇਰੇ। ਸੋ ਜਿੱਥੇ ਉਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਭਾਈਚਾਰਾ ਜਿਹੜਾ ਉਹ ਇੱਕ ਝੰਡੇ ਦੇ ਥੱਲੇ ਵੇਖਣ ਨੂੰ ਮਿਲ ਰਿਹਾ ਹੈ। ਹਾਂਜੀ, ਇੱਕ ਟੈਂਟ ਦੇ ਥੱਲੇ ਜਿੱਥੇ ਗੁਰਬਾਣੀ ਵੀ ਪੜ੍ਹੀ ਜਾ ਰਹੀ ਹੈ, ਉੱਥੇ ਨਮਾਜ਼ ਵੀ ਪੜ੍ਹੀ ਜਾ ਰਹੀ ਹੈ, ਉੱਥੇ ਪੂਜਾ ਵੀ ਹੋ ਰਹੀ ਹੈ, ਤੇ ਉੱਥੇ ਹਰ ਇੱਕ ਵਰਗ ਦਾ, ਹਰ ਇੱਕ ਜਾਤ ਦਾ, ਕੋਈ ਉਰੇ ਸਾਰਾ ਕੁਝ ਖਤਮ ਹੋ ਚੁੱਕਿਆ। ਇੱਥੇ ਸਭ ਕਿਸਾਨ ਨੇ, ਸਭ ਭਾਈਚਾਰਾ ਜਿਹੜਾ ਇੱਕ ਹੈ। ਤੇ ਕੀ ਤੁਹਾਨੂੰ ਇਹ ਲੱਗਦਾ ਕਿ ਪੂਰਾ ਜਿਹੜਾ ਭਾਰਤ ਦੇਸ਼ ਹੈ ਉਹ ਇਦਾਂ ਹੀ ਬਣ ਜਾਣਾ ਚਾਹੀਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਊ ਬੰਬੇ ਤੋਂ ਇਹ ਜੋ ਪਹੁੰਚੀਆਂ ਸਾਰੀਆਂ ਸੰਗਤਾਂ ਸਾਡੇ ਨਾਲ 3 ਦਿਨ ਤੋਂ ਅਸੀਂ ਚੱਲੇ ਹਾਂ। ਜੋ ਵੀਰ ਨੇ ਸਵਾਲ ਕੀਤਾ ਹੈ ਕਿ ਇਹ ਜੋ ਸਾਰੇ ਹੀ ਇੱਕ ਝੰਡੇ ਦੇ ਥੱਲੇ ਲੋਕ ਇਕੱਠੇ ਹੋ ਕੇ ਨਮਾਜ਼ ਵੀ ਪੜ੍ਹ ਰਹੇ ਹਨ ਤੇ ਆਪਣਾ ਨਿਤਨੇਮ ਵੀ ਕਰ ਰਹੇ ਹਨ, ਜਾਂ ਹੋਰ ਵੀ ਕਿਸੇ ਧਰਮ ਨੂੰ ਜੋ ਵੀ ਮੰਨਣ ਵਾਲਾ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਇਬਾਦਤ ਸਤਿਗੁਰਾਂ ਦੇ ਚਰਨਾਂ ਵਿੱਚ ਕਰ ਰਿਹਾ ਹੈ। ਇਹ ਗੁਰੂ ਨਾਨਕ ਦਾ ਫਲਸਫਾ ਹੈ ਕਿ ਜੋ ਸਾਰੇ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਇਹ ਸਤਿਗੁਰਾਂ ਦੀ ਕਿਰਪਾ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸਾਨੂੰ ਸਿਖਾਇਆ ਹੈ ਕਿ ਭਾਈ ਇੱਕ ਹੀ ਝੰਡੇ ਦੇ ਥੱਲੇ ਸਾਰਿਆਂ ਨੇ ਚੱਲਣਾ ਹੈ। ਇਹ ਜੋ ਗੁਰੂ ਨਾਨਕ ਦਾ ਮਿਸ਼ਨ ਹੈ ਉਹ ਅੱਜ ਉਜਾਗਰ ਹੋ ਰਿਹਾ ਹੈ ਸਾਰੇ ਦੇਸ਼ ਦੇ ਵਿੱਚ। ਭਾਵੇਂ ਇਹ ਜੋ ਕਿਸਾਨ ਮੋਰਚੇ ਨੂੰ ਲੈ ਕੇ ਸਾਰੇ ਸਿੱਖ ਇਕੱਠੇ ਹੋ ਰਹੇ ਹਨ, ਨਾਲ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ, ਇਹ ਕਿਸਾਨ ਜੋ ਇਕੱਠੇ ਹੋ ਕੇ ਸਾਰੇ ਹੀ ਭਾਈ ਇਹ ਜੋ ਸੰਘਰਸ਼ ਕਰ ਰਹੇ ਹਨ, ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ। ਤੇ ਇੱਕ ਝੰਡੇ ਦੇ ਥੱਲੇ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਇਹ ਸਾਡਾ ਸੰਘਰਸ਼ ਨੂੰ ਕਾਮਯਾਬੀ ਨਹੀਂ ਮਿਲਣੀ। ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ, ਆਲ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਆਵਾਜ਼ ਸੁਣਦਾ ਹੋਵੇ ਸਾਡੀ, ਭਾਈ ਸਾਰੇ ਜਦ ਤੱਕ ਇਕੱਠੇ ਨਹੀਂ ਹੋ ਜਾਂਦੇ ਉਦੋਂ ਤੱਕ ਗੌਰਮੈਂਟਾਂ ਮੰਨਦੀਆਂ ਨਹੀਂ। ਭਾਵੇਂ ਗੌਰਮੈਂਟ ਨੇ ਕਾਲੇ ਕਾਨੂੰਨ ਬਣਾ ਦਿੱਤੇ ਹਨ, ਪਰ ਇਹਨਾਂ ਨੂੰ ਵਾਪਸ ਕਰਾਉਣ ਵਾਸਤੇ ਸਿਰ ਧੜ ਦੀ ਬਾਜੀ ਲੱਗੀ ਹੈ ਕਿਸਾਨਾਂ ਦੀ ਵੀ,
ਤੇ ਨਾਲ ਹੋਰ ਜਿੰਨੇ ਵੀ ਮਹਿਕਮੇ ਹਨ, ਵਕੀਲ ਲੈ ਲਓ, ਜਿਹੜਾ ਵੀ ਕੋਈ ਮਹਿਕਮਾ ਹੈ, ਸਾਰੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਸਾਰੇ ਹੀ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਵਾਸਤੇ ਲੱਗੇ ਹੋਏ ਹਨ। ਬਹੁਤ ਬਹੁਤ ਧੰਨਵਾਦੀ ਹਾਂ ਟੀਵੀ ਵਾਲਿਆਂ ਦੇ, ਜਿਨ੍ਹਾਂ ਵੀਰਾਂ ਨੇ ਇਸ ਸਾਰੇ ਮੋਰਚੇ ਤੇ ਜੋ ਵੀ ਸੇਵਾ ਨਿਭਾ ਰਹੇ ਹਨ, ਇਹ ਜੋ ਇਸ ਗੱਲਾਂ ਨੂੰ ਅੱਗੇ ਪਹੁੰਚਾ ਰਹੇ ਹਨ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰਾ ਸਿਰ ਝੁਕਦਾ ਇੱਥੇ ਜਦੋਂ ਸਿੰਘੂ ਬਾਰਡਰ ਤੇ ਆ ਕੇ ਅਸੀਂ ਸੰਗਤਾਂ ਦੇ ਦਰਸ਼ਨ ਕੀਤੇ। ਇੱਥੇ ਵੇਖ ਰਹੇ ਸਭਾਵਾਂ ਜੋ ਚੱਲ ਰਹੀਆਂ ਵਾ, ਇਹ ਸਿਰਫ ਕਿਸਾਨਾਂ ਦਾ ਅੰਦੋਲਨ ਹੀ ਨਹੀਂ ਰਹਿ ਗਿਆ, ਇਹ ਜਨ ਜਨ ਦਾ ਅੰਦੋਲਨ ਬਣ ਚੁੱਕਾ ਵਾ। ਸਾਡੇ ਸਿਰ ਝੁਕਦੇ ਆ ਨਾ ਗਾੜੀ, ਸਾਡੇ ਬਜ਼ੁਰਗ, ਮਾਈਆਂ, ਬੱਚੇ, ਨੌਜਵਾਨ ਵੀਰ ਸਾਡੇ ਜੋ ਸੰਘਰਸ਼ ਦੇ ਵਿੱਚ ਇੱਥੇ ਹਿੱਸਾ ਪਾ ਰਹੇ ਆ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਵੀ ਅਸੀਂ ਇੱਥੇ ਕਿਤੇ ਬੈਠੇ ਹਾਂ, ਆਪਣੇ ਘਰ ਬਾਹਰ ਛੱਡ ਕੇ ਬੈਠੇ ਹਾਂ। ਇੱਥੇ ਆਪਣਾ ਖਾਲਸਾ ਰਾਜ ਸਾਡੇ ਹਿਸਾਬ ਨਾਲ ਕਾਇਮ ਹੋ ਚੁੱਕਾ ਵਾ। ਵਾਹਿਗੁਰੂ ਕਿਰਪਾ ਕਰੇ। ਗੁਰੂ ਨਾਨਕ ਦਾ ਜੋ ਮਿਸ਼ਨ ਸੀ, ਇੱਕ ਝੰਡੇ ਥੱਲੇ ਇਕੱਠੇ, ਜਿੱਦਾਂ ਸਾਡੇ ਵੀਰ ਨੇ ਦੱਸਿਆ ਵਾ, ਇੱਥੇ ਮੁਸਲਮਾਨ ਨਮਾਜ਼ਾਂ ਵੀ ਪੜ੍ਹ ਰਹੇ ਆ, ਸਾਡੇ ਹਿੰਦੂ ਵੀਰ ਪੂਜਾ ਕਰ ਰਹੇ ਆ। ਤੇ ਉਹ ਗੁਰੂ ਨਾਨਕ ਨੇ ਸਾਨੂੰ ਜਿਹੜਾ ਇੱਕ ਧਰਮ ਦਾ ਹੀ ਸੰਦੇਸ਼ ਦਿੱਤਾ ਵਾ, ਮਾਨਸਿਕ ਕੀ ਜਾਤ ਸਭ ਏਕ ਕੇ ਪਹਿਚਾਨ, ਬਹੁਤ ਸਾਡੇ ਵੀਰ ਨੇ ਦੱਸਿਆ। ਇੱਥੇ ਸਾਨੂੰ ਉਹ ਵੇਖਣ ਨੂੰ ਮਿਲ ਰਿਹਾ ਵਾ ਔਰ ਸਤਿਯੁਗ ਵਰਤ ਰਿਹਾ ਵਾ। ਅਸੀਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜਿਹੜੀ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਨਹੀਂ, ਮੈਂ ਇਕੱਲਿਆਂ ਦੇਖਾਂਗੇ, ਇਹ ਤੇ ਸਾਰੀ ਦੁਨੀਆ ਦੇ ਵਿਰੁੱਧ ਆ। ਅੱਜ ਕਿਸਾਨਾਂ ਨੂੰ ਅੱਗੇ ਲੱਗ ਕੇ ਇਹ ਮੋਰਚਾ ਸੰਭਾਲਣਾ ਪਿਆ, ਕਿਉਂਕਿ ਅੱਗੇ ਜਾ ਕੇ ਹਰ ਇੱਕ ਦੇ ਜਿਹਦੇ ਵੀ ਚੁੱਲ੍ਹੇ ਤੇ ਰੋਟੀ ਪੱਕਦੀ ਆ, ਹਰ ਇੱਕ ਨੂੰ ਇਹ ਚੀਜ਼ ਦੀ ਪ੍ਰੋਬਲਮ ਆਉਣੀ ਆ, ਕਿਉਂਕਿ ਮਹਿੰਗਾਈ ਵਾਲੀ ਅੱਤ ਹੋ ਜਾਣੀਆਂ, ਅਸੀਂ ਰੋਟੀ ਖਾਣ ਜੋਗੇ ਵੀ ਰਹਿ ਜਾਵਾਂਗੇ। ਇਹ ਸਾਡੇ ਕਿਸਾਨ ਵੀਰਾਂ ਦੇ ਸਿਰ ਸਿਹਰਾ ਬੰਨ੍ਹਿਆ ਕਿ ਉਹਨਾਂ ਅਗਵਾਈ ਇਹ ਮੋਰਚੇ ਦੀ ਕੀਤੀ। ਔਰ ਸਾਡੇ ਜੋ ਪੰਜਾਬ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ, ਯੂਪੀ ਤੋਂ, ਤਾਮਿਲਨਾਡੂ ਤੱਕ, ਕੱਲ ਅਸੀਂ ਆ ਰਹੇ ਸੀ ਬੰਬੇ ਦੇ ਉੱਤੋਂ, ਜਦੋਂ ਅਸੀਂ ਇਹ ਸਾਰੀਆਂ ਬੰਬੇ ਦੀਆਂ ਸੰਗਤਾਂ, ਨਿਊ ਬੰਬੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਆਈਆਂ, ਜਦੋਂ ਅਸੀਂ ਆ ਰਹੇ ਸਾਨੂੰ ਮਹਾਰਾਸ਼ਟਰ ਦੀ ਸੰਗਤ, ਸਾਡੇ ਅਸੀਂ ਵੀ ਮਹਾਰਾਸ਼ਟਰ ਤੋਂ ਹੀ ਆ, ਅਕੋਲਾ ਤੋਂ ਬੜੀ ਤਗੜੀ ਤਾਦਾਦ ਦੇ ਵਿੱਚ, ਕੋਈ 250-300 ਬੱਸਾਂ ਦੇ ਵਿੱਚ, ਆਪਣੀਆਂ ਪਰਸਨਲ ਗੱਡੀਆਂ ਦੇ ਵਿੱਚ, ਉਹ ਵੀ ਨਾਲ ਔਰਤਾਂ, ਨਾਲ ਬੱਚੇ ਉਹਨਾਂ ਦੇ। ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਪਲਵਲ ਬਾਰਡਰ ਦੇ ਉੱਤੇ ਰੁਕੇ ਸੀ ਕਿਸਾਨ ਮੋਰਚਾ ਦੇ, ਉੱਥੇ ਹੀ ਉਹਨਾਂ ਦੀਆਂ ਬੱਸਾਂ ਅਜੇ ਵੀ ਰੁਕੀਆਂ ਹੋਈਆਂ। ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਵੀ ਤੁਸੀਂ ਇੱਥੇ ਕਿੱਦਾਂ ਪਹੁੰਚੇ, ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਚੜ੍ਹਦੀ ਕਲਾ 'ਚ। ਅਸੀਂ ਜਦੋਂ ਨਿੱਤ ਵੇਖਦੇ ਹਾਂ ਟੀਵੀਆਂ 'ਚ ਕਿਸਾਨਾਂ ਦਾ ਸਹਿਯੋਗ ਦੇਣ ਆਤੇ ਪਹੁੰਚੇ ਹਾਂ। ਸੋ ਮੈਂ ਸੋਚਦਾ ਹਾਂ ਕਿ ਇਕੱਲੇ ਕਿਸਾਨਾਂ ਦਾ ਹੀ ਨਹੀਂ, ਹਰ ਇੱਕ ਦਾ ਇਹਦੇ ਨਾਲ, ਸਾਡੇ ਵਕੀਲ, ਸਾਡੇ ਡਾਕਟਰ, ਇੱਥੇ ਸੇਵਾਵਾਂ ਚੱਲ ਰਹੀਆਂ ਫ੍ਰੀ ਆਫ ਕੋਸਟ। ਖਾਲਸਾ ਐਡ ਵਾਲੇ ਸਾਡੇ ਵੀਰ ਜਿਨ੍ਹਾਂ ਇੱਥੇ ਇੱਕ ਸ਼ਾਪਿੰਗ ਮਾਲ ਹੀ ਬਣਾ ਕੱਢਿਆ ਵਾ ਫ੍ਰੀ ਆਫ ਕੋਸਟ, ਜੋ ਚੀਜ਼ਾਂ ਚਾਹੀਦੀਆਂ। ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਔਰ ਇੱਕ ਕਿਸਮ ਤੋਂ ਮੈਂ ਇਹ ਵੀ ਕਹਿੰਦਾ ਵੀ ਮੋਦੀ ਸਰਕਾਰ ਨੇ ਕਾਨੂੰਨ ਇਹ ਜਿਹੜੇ ਕੱਢੇ ਆ, ਇਹ ਕੋਈ ਚੰਗਾ ਟਾਈਮ ਹੀ, ਇਹ ਇਸ ਕਰਕੇ ਕਿਉਂ ਚੰਗਾ ਕਹਿ ਰਿਹਾ ਮੈਂ, ਕਿਉਂਕਿ ਇਹ ਸਾਡੀ ਸੰਗਤ ਜਿਹੜੀ ਇਕੱਠੀ ਹੋਣੀ, ਸਾਡੇ ਵੀਰ ਭਰਾ ਹਰ ਇੱਕ ਜਾਤ ਦੇ ਇੱਥੇ ਇਕੱਠੇ ਹੋਣੇ। ਅੱਜ ਸਾਨੂੰ ਆਪਸੀ ਭਾਈਚਾਰਾ ਜਿਹੜਾ ਵੇਖਣ ਨੂੰ ਮਿਲ ਰਿਹਾ ਵਾ। ਸਾਡੇ ਹਰਿਆਣੇ ਵਾਲੇ ਵੀਰ ਜਿਹੜੇ ਗੰਦੀ ਰਾਜਨੀਤੀ ਨੇ ਸਾਡੀ ਨੇ ਇੱਕ SYL ਦਾ ਮੁੱਦਾ ਵਿੱਚ ਉਠਾਇਆ, ਤੇ ਉਹਨਾਂ ਆਖਿਆ ਸਾਨੂੰ SYL ਦਾ ਮੁੱਦਾ ਨਹੀਂ ਚਾਹੀਦਾ, ਜੇ ਸਾਡੀਆਂ ਜ਼ਮੀਨਾਂ ਰਹਿਣਗੀਆਂ ਤੇ ਤਾਂ ਹੀ SYL ਦਾ ਮੁੱਦਾ ਵੀ ਅਸੀਂ ਚੁੱਕਾਂਗੇ। ਅਸੀਂ ਆਪਸ ਦੇ ਵਿੱਚ ਭਰਾ ਇਕੱਠੇ ਕਰ ਲਾਂਗੇ। ਪੰਜਾਬ ਸਾਡਾ ਵੱਡਾ ਵੀਰ ਆ, ਅਸੀਂ ਛੋਟੇ ਵੀਰ ਆ, ਅਸੀਂ ਇਹ ਮੁੱਦੇ ਆਪਸ ਦੇ ਵਿੱਚ ਹੀ ਸੁਲਝਾ ਲਾਂਗੇ। ਅਸੀਂ ਅੱਜ ਇਹ ਮੁੱਦਾ ਲੈ ਕੇ ਬੈਠੇ, ਅਸੀਂ ਦੂਜੀ ਕੋਈ ਗੱਲ ਨਹੀਂ ਕਰਨੀ। ਅਸੀਂ ਧੰਨਵਾਦ ਕਰਦੇ ਹਾਂ, ਸਾਡਾ ਸਿਰ ਝੁਕਦਾ ਹਰ ਇੱਕ ਦੇ ਗਾੜੀ। ਇਹਦੀਆਂ ਗੱਲਾਂ ਕਰਦਾ ਮੈਂ ਕਿਸਾਨ ਵੀਰਾਂ ਦਾ, ਸਾਰਿਆਂ ਦਾ ਹੀ ਧੰਨਵਾਦ ਕਰਦਾ ਵਾਂ ਔਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਵਾਂ ਇਹ ਸਮੇਂ ਦੀ ਸਰਕਾਰ ਨੂੰ ਸੋਝੀ ਬਖਸ਼ੇ, ਉਹ ਆਪਣੇ ਕਾਨੂੰਨ ਵਾਪਸ ਲੈਣ, ਤੇ ਸਾਡੇ ਜੋ ਮਾਈ ਭਾਈ, ਬੱਚੇ, ਬਜ਼ੁਰਗ ਇੱਥੇ ਬੈਠੇ ਆ, ਉਹ ਵਾਪਸ ਰਾਜੀ ਬਾਜੀ ਆਪਣੇ ਘਰਾਂ ਨੂੰ ਵਾਪਸ ਪਰਤਣ। ਔਰ ਖਾਸ ਕਰਕੇ ਜਿਹੜੇ ਸਾਡੇ ਵੀਰ ਇੱਥੇ ਆਪਣੀਆਂ ਸਰੀਰਾਂ ਦੀਆਂ ਆਹੁਤੀਆਂ ਦੇ ਚੁੱਕੇ ਆ, ਉਹਨਾਂ ਵਾਸਤੇ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਅਸੀਂ ਸਾਰੇ ਹੀ ਨਿਊ ਬੰਬੇ ਦੀਆਂ ਸੰਗਤਾਂ ਵੱਲੋਂ। ਸਭ ਤੋਂ ਵੱਡੀ ਸੇਵਾ ਜਿਹੜਾ ਆਪਣਾ ਸਰੀਰ ਹੀ ਦਾਨ ਕਰ ਗਿਆ, ਉਹ ਤੋਂ ਵੱਡੀ ਹੋਰ ਕੀ ਸੇਵਾ ਹੋ ਸਕਦੀ ਆ। ਇਹ ਦੁਨੀਆ ਦੇ ਬਦਲੇ, ਸਾਡੇ ਬਦਲੇ ਉਹ ਆਪਣੇ ਸਰੀਰ, ਉਹਨਾਂ ਦੇ ਨਮਨ ਕਰਦੇ ਹਾਂ ਹੱਥ ਜੋੜ ਕੇ। ਅਸੀਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉੱਥੇ ਸਾਡੇ ਨਾਲ ਇੱਕ ਹੋਰ ਬੇਬਾਕ ਸ਼ਖਸ ਜਿਹੜੇ ਕਿਸੇ ਪਛਾਣ ਦੀ ਮੁਹਤਾਜ ਨਹੀਂ ਆ, ਉਹ ਸ਼ਖਸੀਅਤ ਰਿੱਕੀ ਥਾਮਸ। ਆਪਾਂ ਉਹਨਾਂ ਦੇ ਵੀ ਵਿਚਾਰ ਲਵਾਂਗੇ ਕਿ ਉਹ ਵੀ ਬੰਬੇ ਤੋਂ ਚੱਲ ਕੇ ਇਸ ਅੰਦੋਲਨ ਦਾ ਹਿੱਸਾ ਬਣੇ ਨੇ। ਸਤਿ ਸ੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
स्पेशल थैंक्स टू एशिया टीवी HD जिन्होंने हिम्मत किया कि ये जो सबसे बड़ा एक मानवता की लड़ाई है उसमें आके अपना योगदान दे। ये भी एक प्रकार का सेवा है। वाहिगुरु वाहिगुरु। सो आप यहाँ पे आए हैं, आपने यहाँ पे आकर जो खंजूरें लेके आए हैं, Yes. 2 गाड़ियाँ आपकी बॉम्बे से चल के आई हैं। वाहिगुरु। आपको क्या अच्छा लगता है कि सिख धर्म में आप बहुत गुरुद्वारा साहब में जाते हो, वाहिगुरु। हर तरफ ज़्यादातर आपको देखा जाता है। वाहिगुरु। पहली बात, ये खजूर अकेला मैंने नहीं लाया, ये गुरु की फौज ने लाया जो नवी मुंबई से निकली है। पनवेल गुरुद्वारा और नवी मुंबई सारे एकदम एक टीम वर्क से यहाँ पे आ गए। और रही बात सिख कौम का, वाहिगुरु, पहले भी कुछ लोग थे जो इस कौम को खत्म करने के पीछे थे, औरंगजेब, वजीर खान, लेकिन उनकी क्या औकात। यहाँ पे सिर्फ जब जब बात इंसानियत, जब जब बात अपने हकों के लिए कुछ भी हो तो ये खालसा हमेशा ऑन टॉप, हमेशा आगे, नो डाउट। ये हिम्मत ये गुरुओं ने दिया है ये फौज को, मजाक नहीं है। ये ठंड में, ये रास्ते में सेवा करना, लंगर करना, हर एक चीज करना, तो मैं कैसे ना जुड़ूं। एक चीज मुझे समझ में नहीं आता कि आज गवर्नमेंट पूछती है कि इनके पास इतने पैसे आता कहाँ से, ये सारा कुछ आता कहाँ से। जब फुकड़ में लंगर चका कोविड में, जब फुकड़ में लंगर चका, जब गवर्नमेंट खुद आते थे कि हमारी मदद कर दो, लंगर की एक टीम यहाँ पे लेटर आते थे कि हमारे पास राशन पहुँचा दो, चाहे वो रेलवे हो या चाहे पुलिस स्टेशन हो, चाहे किधर भी हो, तब ये नहीं पूछा कि लंगर कहाँ से आ रहा है। अब इनको पता चल रहा है लंगर कहाँ से आ रहा है, तो ये भी जरा पूछो ना कि अंबानी के पास इतना बड़ा बिल्डिंग कहाँ से आ गया, वो भी तो पूछो। नीरव मोदी को पकड़ो, इतने सारे लोग बाहर देश में घूम रहे, जो चोर लोग हैं उनको पकड़ो। ये तो किसान है, जिनका खाते उनको ही दफनाते। आप बोलते हो किसान है, लेकिन सरकार के कुछ नुमाइंदे कह रहे हैं कि ये आतंकवादी हैं। वाहिगुरु वाहिगुरु। एक चीज मुझे सबसे अलग लगा है कि अगर कोई मुसलमान कुछ करे तो वो आतंकवादी, अगर ये खालसा सेवा करे वाहिगुरु तो वो खालिस्तानी। तो तुम क्या हो, अडानिस्तान और अंबानिस्तान? यहाँ पे एक एक के हाथ में डोमिनोज का पिज्जा है। बीपी, गुस्सा अगर चढ़ता है ना, गुस्सा हर सिखों को गुस्सा ज्यादा है वाहिगुरु, क्योंकि शेर है तो उसका चेकअप भी होता है। यूनाइटेड सिख खालसा मेडिकल चेकअप, बीपी का चेकअप होता है यहाँ पे। तो इस सेवा को आप अगर आतंकवादी बोलोगे तो वाहिगुरु, जो सबसे नीच रोल होता है ना क्राइम पेट्रोल के, तुम लोग वो वाहिगुरु जो खालिस्तान, पहली बात कोई मांग कर ही नहीं रहा है, ये खालिस्तान की मांग है ही नहीं। ये देखो सर पे खालसा, हाथ में हरा झंडा, मतलब क्या मैं क्या मांग रहा हूँ? सिर्फ अन्नदाता के लिए हक मांग रहे हो और कुछ नहीं। क्योंकि एक एक लंगर में आप मेरे को एक प्रोडक्ट दिखाओ लंगर में जो किसान नहीं देता है, सब कुछ तो किसान ही देते हैं। तो उनके लिए अगर ये शेर नहीं खड़े रहेंगे तो क्या बिल्ली चूहे आएंगे? शेर ही रहेंगे और कौन रहेंगे? जो निडर होके आएंगे, इनको ठंड भी नहीं रोक पाएगा। वाहिगुरु, पंजाब में जाओ, आगे 10 मीटर का रास्ता नहीं दिखता है, तो वो ठंड की औकात नहीं, तो दिल्ली तो फीका है। और 19 बार कंडा खड़का है यही दिल्ली में, तो वाहिगुरु 20 भी ज्यादा दूर नहीं रहेगा। अगर तुम गलत करोगे तो हम चुप नहीं बैठने वाले। वाहिगुरु। आखिर में एक सवाल, क्या संदेश है सरकार को? सीधी तरीके से बोल रहा हूँ, बिल रद्द कर दो वरना आप ही का नुकसान। इनको कोई रोक नहीं पाएगा। वाहिगुरु, एक नीच इंसान ने बोला था, वजीर खान ने, किसको? छोटे साहिबजादों को, कि ये सांप के बच्चे। वाहिगुरु, आज वाहिगुरु का फौज क्या कर रहा है? वाहिगुरु, ये वही दिल्ली है जहां पे गुरु तेग बहादुर जी ने अपना शीश दिया था। किसके लिए? सिर्फ ह्यूमन, मानवता के लिए। तो वाहिगुरु, ये सिंह है, ये जितने खड़े ना, ये ना कभी झुकेंगे ना कभी रुकेंगे। ये लोग दिल को लूटते, ये लोग पूरी दुनिया में कब्जा करते अपने लंगर के थ्रू, अपने सेवा के थ्रू, जो मानवता होता है। वाहिगुरु, वाहिगुरु जी का खालसा, वाहिगुरु जी की फतेह। इस सन मेरे नाल रिक्की थॉमस बॉम्बे तो, मैं ओंकार सिंह, ਸਿੰਘੂ ਬਾਰਡਰ ਦਿੱਲੀ।